सत श्री अकाल जी। थोड़ा स्वागत है जी चैनल जुगलू एजुकेशन विच। ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਉਹ ਤੁਹਾਡੇ ਵੱਲੋਂ ਹੀ ਇੱਕ ਪ੍ਰਸ਼ਨ ਪ੍ਰਾਪਤ ਹੋਇਆ ਕਿ ਅਸੀਂ ਬੜੇ ਵਾਕਾਂ 'ਚ ਜਦੋਂ ਅਸੀਂ ਪੜ੍ਹਦੇ ਹਾਂ हैज़ बीन, हैव बीन, हैड बीन ਜਾਂ विल हैव बीन, ਇਹ ਅਸੀਂ ਵਰਤਿਆ ਹੋਇਆ ਦੇਖਦੇ ਹਾਂ। ਇਹਦੀ ਵਰਤੋਂ ਕਿੱਥੇ ਹੁੰਦੀ ਆ, ਸਾਨੂੰ ਵਾਕ ਦਾ ਜਿਹੜਾ ਭਾਵ ਆ ਉਹਦਾ ਮਤਲਬ ਕੀ ਬਣ ਜਾਂਦਾ ਉਹ ਨਹੀਂ ਸਮਝ ਆਉਂਦਾ। ਅੱਜ ਆਪਾਂ हैज़ बीन, हैव बीन ਤੇ हैड बीन, ਜਦੋਂ हैज़ हैव हैड ਨਾਲ बीन ਲੱਗਿਆ ਹੋਵੇ ਉਹਦੀ ਵਰਤੋਂ ਕਦੋਂ ਕਰਦੇ ਆ, ਕਿਵੇਂ ਕਰਦੇ ਆ, ਇਹਦਾ ਅਰਥ ਕੀ ਬਣ ਜਾਂਦਾ ਉਹ ਸਾਰਾ ਕਰਾਂਗੇ। ਧਿਆਨ ਬਣਾ ਕੇ ਰੱਖਿਓ ਤੇ ਇਹ ਕਹਾਣੀ ਨੂੰ ਚੰਗੀ ਤਰ੍ਹਾਂ ਆਪਾਂ ਅੱਜ ਸਮਝ ਲੈਣਾ ਵੀ ਮੁੜ ਕੇ ਸਾਨੂੰ ਕਦੇ ਇਹ ਦਿੱਕਤ ਆਵੇ ਹੀ ਨਾ। ਪਹਿਲੀ ਗੱਲ ਤਾਂ ਜੇ ਅਸੀਂ ਟੈਂਸਿਸ ਬਹੁਤ ਚੰਗੀ ਤਰ੍ਹਾਂ ਨਾਲ ਕਰੇ ਹੋਏ ਨੇ ਤਾਂ ਸਾਨੂੰ ਇਹਨੂੰ ਦੇਖਦੇ ਹੀ ਪਤਾ ਲੱਗ ਜੂਗਾ ਵੀ ਇਹ ਪਰਫੈਕਟ ਕੰਟੀਨਿਊਸ ਟੈਂਸ ਨੇ, परफेक्ट कंटीन्यूस है ना। लो जी ये परफेक्ट कंटीन्यूस ने। हुण सानू पता हैज़ ते हैव प्रेजेंट च यूज़ होंदे ने, इस करके वो बन गए प्रेजेंट परफेक्ट कंटीन्यूस। ते जिहड़ा हैड आ वो यूज़ होंदा पास्ट च, इस करके वो बन जू पास्ट परफेक्ट कंटीन्यूस। हुण अगे आपां इन्हां दी वरतों फेर तोड़ लैने आ। पहलां आ गया साडे कोल हैज़। ਅਸੀਂ हैज़ बीन कित्थे ਵਰਤਣਾ ਜਦੋਂ ਸਾਡੇ ਕੋਲ ਜਿਹੜੇ ਸਬਜੈਕਟ ਨੇ ਉਹ ਹੀ, ਸ਼ੀ, ਇਟ ਜਾਂ ਕੋਈ ਨਾਮ ਆ ਜਿਵੇਂ ਮੋਹਨ, ਸੋਹਣ, ਗੱਬਰ ਜਾਂ ਦਿਸ ਵੀ ਸਾਨੂੰ ਪਤਾ ਅਸੀਂ ਇੱਕ ਚੀਜ਼ ਲਈ ਵਰਤਦੇ ਹੁੰਦੇ ਆ, ਜਾਂ ਦੈਟ ਆ, ਦੈਟ ਵੀ ਸਾਨੂੰ ਪਤਾ ਆਪਾਂ ਇੱਕ ਚੀਜ਼ ਲਈ ਵਰਤਦੇ ਹੁੰਦੇ ਜਦੋਂ ਇਸ਼ਾਰਾ ਕਰਕੇ ਬੋਲੀਏ ਦਿਸ ਦੈਟ, ਜਾਂ ਹੋਰ ਕੋਈ ਵੀ ਨਾਮ ਆ, ਕੋਈ ਵੀ ਸਿੰਗੂਲਰ ਆ ਹੈ ਨਾ, ਆਪਾਂ ਕੋਈ ਇੱਕ ਸਿੰਗੂਲਰ ਨਾਮ ਦੀ ਗੱਲ ਕਰ ਰਹੇ ਆ ਉੱਥੇ ਆਪਾਂ हैज़ बीन ਲਾਉਣਾ। ठीक है, देखो आप एक उदाहरण भी लई है, ही सानू पता साडे कोल सिंगूलर आ तां करके आपां ही दे नाल हैज़ बीन लाता, ही हैज़ बीन। अगे वाली बनतर भी करांगे आपां, फिकर ना करो, पहलां आपां देख लईए भी किहड़े-किहड़े सबजैक्ट नाल यूज़ हुंदा। इत्थे साडे कोल सबजैक्ट आ ही, सबजैक्ट हुंदा वाक च काम करन वाला ही, ਇਹ ਸਾਡੇ ਕੋਲੇ ਇਹਨਾਂ 'ਚ ਆ ਜਾਂਦਾ ਸਿੰਗੂਲਰ ਆ, ਇਸ ਕਰਕੇ ਇਹਦੀ ਵਰਤੋਂ ਕਰਾਂਗੇ। ਤੇ ਹੈਵ ਬੀਨ ਦੀ ਅਸੀਂ ਵਰਤੋਂ ਕਰਾਂਗੇ ਆਈ, ਚਾਹੇ ਆਈ ਸਾਡੇ ਕੋਲੇ ਸਿੰਗੂਲਰ ਆ ਪਰ ਉਹਦੇ ਨਾਲ ਆਪਾਂ ਹੈਵ ਹੀ ਲਾਉਣੇ ਹੁੰਦੇ ਆ ਕਿਉਂਕਿ ਇਹ ਇੰਗਲਿਸ਼ ਗ੍ਰਾਮਰ ਦਾ ਰੂਲ ਆ, ਇਹਨੂੰ ਐਂ ਯਾਦ ਕਰ ਲਓ। ਅੱਗੇ ਸਾਡੇ ਕੋਲ ਜਿਹੜੇ ਬਹੁਵਚਨ ਨੇ ਵੀ, ਅਸੀਂ, ਯੂ, ਤੁਸੀਂ, ਦੇ, ਉਹ ਜਦੋਂ ਇੱਕ ਤੋਂ ਵੱਧ ਜਾਣੇ ਹੁੰਦੇ ਆ ਨਾ ਸਾਹਮਣੇ ਵਾਲੇ, ਪਲੂਰਲ ਕੋਈ ਵੀ ਵੱਧ ਜਾਣੇ ਜਦੋਂ ਸਾਡੇ ਕੋਲ ਪਲੂਰਲ ਸਬਜੈਕਟ ਹੋਵੇ ਵੀ ਇੱਕ ਤੋਂ ਵੱਧ, ਜਿਵੇਂ ਆਪਾਂ ਕਹਿ ਦਈਏ ਮੋਹਨ ਐਂਡ ਗੱਬਰ ਦੋ ਜਾਣੇ ਹੋ ਗਏ ਨਾ ਉਵੇਂ, ਜਾਂ ਆਪਾਂ ਜਿਵੇਂ ਕੈਟਸ, ਬॉयਜ਼ ਉਹ ਵੀ ਇੱਕ ਤੋਂ ਵੱਧ ਹੋ ਗਏ, ਬਹੁਵਚਨ ਹੋ ਗਏ। ਦੀਜ਼ ਸਾਨੂੰ ਪਤਾ ਜਦੋਂ ਇੱਕ ਤੋਂ ਵੱਧ ਚੀਜ਼ਾਂ ਹੁੰਦੀਆਂ ਆਪਾਂ ਕਹਿੰਦੇ ਹੁੰਦੇ ਆ। ਦੋਜ਼ ਜਦੋਂ ਚੀਜ਼ਾਂ ਦੂਰ ਪਈਆਂ ਹੁੰਦੀਆਂ ਆਪਾਂ ਇਸ਼ਾਰਾ ਕਰਕੇ ਕਹਿੰਦੇ ਹੁੰਦੇ ਉਹ ਇੱਕ ਤੋਂ ਵੱਧ ਹੋਣ, ਉੱਥੇ ਦੋਜ਼ ਦੀ ਵਰਤੋਂ ਹੁੰਦੀ ਆ ਹੈ ਨਾ। ਇਹ ਸਾਰੇ ਜਿਹੜੇ ਸਬਜੈਕਟ ਨੇ ਇੱਕ ਤੋਂ ਵੱਧ ਹੁੰਦੇ ਨੇ, ਬਹੁਵਚਨ ਹੁੰਦੇ ਨੇ ਇਕੱਲੇ ਆਈ ਨੂੰ ਛੱਡ ਕੇ, ਇਹਨਾਂ ਸਾਰਿਆਂ ਨਾਲ ਆਪਾਂ ਹੈਵ ਬੀਨ ਲਾਉਣਾ। ਠੀਕ ਹੈ, ਹੁਣ ਦੇਖੋ ਜੇ ਇਹਨਾਂ 'ਚ ਇਹਨਾਂ ਸਬਜੈਕਟਾਂ 'ਚੋਂ ਕੋਈ ਆ ਜਾਂਦਾ ਆਏ, ਫਿਰ ਆਪਾਂ ਲਿਖਦੇ ਹੈਵ ਬੀਨ। ਅੱਗੇ ਚਲੋ ਵਾਕ ਸਾਰਾ ਉਹੀ ਬਣ ਜਾਂਦਾ, ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ। ਠੀਕ ਹੈ ਜੀ, ਹੋ ਗਈ ਕਹਾਣੀ। ਹੁਣ ਆ ਗਿਆ ਸਾਡੇ ਕੋਲ ਹੈਡ ਬੀਨ। ਇਹ ਦੋਨੇ ਤਾਂ ਸੀਗੇ ਸਾਡੇ ਕੋਲ ਪ੍ਰੈਜੈਂਟ ਦੇ, ਜਦੋਂ ਜਿਹੜਾ ਵਾਕ ਆਪਾਂ ਉਹ ਪ੍ਰੈਜੈਂਟ 'ਚ ਬਣਾ ਰਹੇ ਹਾਂ, ਪ੍ਰੈਜੈਂਟ ਪਰਫੈਕਟ ਕੰਟੀਨਿਊਸ 'ਚ। हैड बीन साडे कोले हुंदा पास्ट लई, सानू सारिਆਂ ਨੂੰ ਪਤਾ ਵੀ हैड ਤਾਂ पास्ट ਲਈ ਵਰਤਿਆ ਜਾਂਦਾ। हैड बीन ਸਾਡੇ ਕੋਲ पास्ट ਲਈ ਆ। ਸਬਜੈਕਟ ਕੋਈ ਮਰਜ਼ੀ ਹੋਵੇ, ਚਾਹੇ ਇਹਨਾਂ 'ਚ ਹੋਵੇ ਚਾਹੇ ਇਹਨਾਂ 'ਚ ਹੋਵੇ, ਉਹਦੇ ਨਾਲ हैड बीन ਹੀ ਆਊਗਾ। ਚਾਹੇ ਆਪਾਂ ਆਏ ਲਿਖ ਦਈਏ ਚਾਹੇ ਆਪਾਂ ਹੀ ਲਿਖ ਦਈਏ, ਦੋਨਾਂ ਨਾਲ ਹੀ हैड ਆਊਗਾ। हैड बीन, ही हैड बीन, आए हैड बीन। ਲਓ ਜੀ ਸਬਜੈਕਟਾਂ ਵਾਲੀ ਕਹਾਣੀ ਖਤਮ ਹੋ ਗਈ। हैज़ बीन, हैव बीन, हैड बीन ਕਿਵੇਂ ਕਿਵੇਂ ਲਾਉਣਾ ਖਤਮ ਹੋ ਗਈ। ਹੁਣ ਆਪਾਂ ਦੇਖਦੇ ਹਾਂ ਵੀ ਜਦੋਂ ਅਸੀਂ ਇਹਨੂੰ ਵਰਤਦੇ ਹੁੰਦੇ ਆ ਮਤਲਬ ਕੀ ਬਣ ਜਾਂਦਾ। ਪਹਿਲੀ ਗੱਲ ਤਾਂ ਅਸੀਂ ਸਾਰਿਆਂ ਨੇ ਕੰਟੀਨਿਊਸ ਟੈਂਸ ਬੜੇ ਚੰਗੇ ਤਰੀਕੇ ਨਾਲ ਕਰੇ ਹੋਏ ਨੇ। ਪਹਿਲਾਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੇਖਦੇ ਹਾਂ ਨਾ, ਆਪਾਂ ਉਹਦੀ ਬਣਾ ਦਾਂਗੇ ਹੀ ਇਜ਼ ਪਲੇਇੰਗ ਕ੍ਰਿਕਟ। ਲਓ ਜੀ ਅਸੀਂ ਬਣਾਤਾ, ਕੀ ਮਤਲਬ ਬਣਿਆ ਇਹਦਾ, ਉਹ ਕ੍ਰਿਕਟ ਖੇਡ ਰਿਹਾ ਹੈ, ਬਣ ਗਿਆ ਨਾ, ਉਹ ਕ੍ਰਿਕਟ ਖੇਡ ਰਿਹਾ ਹੈ। ਮਤਲਬ ਜਿਹੜੀ ਕ੍ਰਿਕਟ ਖੇਡਣ ਵਾਲੀ ਕਿਰਿਆ ਉਹ ਹੁਣ ਚੱਲ ਰਹੀ ਆ। ਆਪਾਂ ਸਿੰਪਲ ਗੱਲ ਦੱਸਤੀ ਵੀ ਹੁਣ ਉੱਥੇ ਉਹ ਕ੍ਰਿਕਟ ਖੇਡ ਰਿਹਾ ਹੈ ਨਾ, ਚੱਲੀ ਜਾਂਦੀ ਹੈ ਕਿਰਿਆ। ਹੁਣ ਫਰਜ਼ ਕਰੋ, ਮੰਨ ਲਓ ਜੇ ਸਾਡਾ ਮਨ ਕਰਦਾ ਅਸੀਂ ਦੱਸਣਾ ਵੀ ਉਹ ਤਾਂ ਸਵੇਰ ਤੋਂ ਕ੍ਰਿਕਟ ਖੇਡੀ ਜਾਂਦਾ, ਨਾਲ ਆਪਾਂ ਸਮਾਂ ਵੀ ਦੇਣਾ, ਪਲੱਸ ਜੇ ਆਪਾਂ ਸਮਾਂ ਕਰਤਾ, ਇਹ ਸਾਨੂੰ ਪਤਾ ਸਾਡੇ ਕੋਲੇ ਪ੍ਰੈਜ਼ੈਂਟ ਕੰਟੀਨਿਊਸ ਸੀ, ਜੇ ਨਾਲ ਇਹਦੇ ਆਪਾਂ ਸਮਾਂ ਵੀ ਦੇਤਾ ਤਾਂ ਉਹ ਸਾਡੇ ਕੋਲੇ ਬਣ ਜਾਂਦਾ ਪਰਫੈਕਟ ਕੰਟੀਨਿਊਸ।
ਕੰਟੀਨਿਊਸ ਟੈਂਸ ਤੇ ਪਰਫੈਕਟ ਕੰਟੀਨਿਊਸ ਚ ਇੰਨਾ ਹੀ ਫਰਕ ਆ ਵੀ ਕੰਟੀਨਿਊਸ ਦੇ ਵਿੱਚ ਸਾਨੂੰ ਸਮਾਂ ਨਹੀਂ ਦਿੱਤਾ ਹੁੰਦਾ, ਸਿੰਪਲ ਹਨਾ ਗੱਲ ਕਰੀ ਹੁੰਦੀ ਆ, ਤੇ ਪਰਫੈਕਟ ਕੰਟੀਨਿਊਸ ਚ ਨਾਲ ਸਮਾਂ ਵੀ ਦਿੱਤਾ ਹੁੰਦਾ। ਹੁਣ ਦੇਖੋ ਉਹ ਕ੍ਰਿਕਟ ਖੇਡ ਰਿਹਾ ਹੈ, ਇਹ ਪ੍ਰੈਜ਼ੈਂਟ ਕੰਟੀਨਿਊਸ ਆ। ਜੇ ਆਪਾਂ ਕਹਿ ਦਈਏ ਉਹ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹੈ ਜਾਂ ਉਹ 2 ਘੰਟਿਆਂ ਤੋਂ ਕ੍ਰਿਕਟ ਖੇਡ ਰਿਹਾ ਹੈ, ਸਮਾਂ ਅਸੀਂ ਆਪਦੇ ਹਿਸਾਬ ਨਾਲ ਕਿਵੇਂ ਮਰਜੀ ਜੋ ਵੀ ਅਸੀਂ ਬੋਲਣਾ ਬੋਲ ਦਾਂਗੇ, ਉਹ ਬਣ ਗਿਆ ਪਰਫੈਕਟ ਕੰਟੀਨਿਊਸ। ਹੁਣ ਕੀ ਹੋਊਗਾ, ਆਹ ਦੇਖੋ ਆਪਾਂ ਇਹ ਬਣਾਇਆ ਸੀ ਨਾ, ਤੇ ਅੱਗੇ ਜਦੋਂ ਆਪਾਂ ਇਹਦਾ ਪਰਫੈਕਟ ਕੰਟੀਨਿਊਸ ਚ ਬਣਾਉਣਾ, ਭਾਵ ਕਹਿ ਲਓ ਨਾਲ ਸਾਨੂੰ ਜਦੋਂ ਸਮਾਂ ਦੇਤਾ ਤਾਂ ਆਪਾਂ ਇਸ ਦੀ ਥਾਂ ਤੇ ਇਹਨਾਂ ਚੋਂ ਚੂਜ਼ ਕਰਾਂਗੇ, ਚਾਹੇ ਹੈਜ਼ ਬੀਨ ਆ ਚਾਹੇ ਹੈਵ ਬੀਨ ਆ, ਕਿਉਂਕਿ ਇਜ਼ ਪ੍ਰੈਜ਼ੈਂਟ ਲਈ ਆ, ਇਸ ਕਰਕੇ ਸਾਨੂੰ ਪਤਾ ਹੈਜ਼ ਤੇ ਹੈ ਪ੍ਰੈਜ਼ੈਂਟ ਲਈ ਆ। ਹੁਣ ਆਪਾਂ ਦੇਖਾਂਗੇ ਸਬਜੈਕਟ ਹੀ ਆ, ਹੀ ਉਰੇ ਆ, ਹੀ ਦੇ ਨਾਲ ਲੱਗੂ ਹੈਜ਼ ਬੀਨ, ਇਸ ਕਰਕੇ ਹੀ ਦਾ ਤਾਂ ਹੀ ਲਿਖਤਾ, ਇਸ ਦੀ ਥਾਂ ਤੇ ਹੈਜ਼ ਬੀਨ ਲਿਖਤਾ, ਪਲੇਇੰਗ ਕ੍ਰਿਕਟ ਵੀ ਲਿਖਤਾ, ਅੱਗੇ ਨਾਲ ਆਪਾਂ ਪਲੱਸ ਸਮਾਂ ਲਾਤਾ ਸਿੰਸ ਮਾਰਨਿੰਗ। ਇਹ ਆਪਾਂ ਕਿਹਾ ਹੋਇਆ ਵੀ ਉਹ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹੈ। ਜੇ ਆਪਾਂ ਕਹਿ ਦਈਏ ਵੀ ਉਹ 2 ਘੰਟਿਆਂ ਤੋਂ ਕ੍ਰਿਕਟ ਖੇਡ ਰਿਹਾ ਹੈ, ਫਿਰ ਆਊ ਉਰੇ ਫॉर 2 ਆਵਰਸ। ਇਹਦੀ ਵੀ ਆਪਾਂ ਗੱਲ ਕਰ ਹੀ ਲੈਂਦੇ ਆ ਵੀ ਸਿੰਸ ਤੇ ਫॉर ਦਾ ਇੱਥੇ ਕੀ ਪੰਗਾ ਗਾ। ਇੱਕ ਵਾਰੀ ਇਹ ਕਲੀਅਰ ਕਰ ਲਓ ਵੀ ਇਹਦੀ ਵਰਤੋਂ ਆਪਾਂ ਕਿਵੇਂ ਕੀਤੀ ਆ, ਕਦੋਂ ਕੀਤੀ ਆ, ਜਦੋਂ ਅਸੀਂ ਸਮਾਂ ਦੱਸਦੇ ਆ ਨਾਲ। ਹੁਣ ਮੰਨ ਲਓ ਇੱਥੇ ਆਪਾਂ ਕਹਿਣਾ ਵੀ ਉਹ ਪੜ੍ਹ ਰਿਹਾ ਹੈ, ਇਹ ਬਣ ਗਿਆ ਨਾਰਮਲ ਹਨਾ ਪ੍ਰੈਜ਼ੈਂਟ ਕੰਟੀਨਿਊਸ। ਜੇ ਆਪਾਂ ਕਹਿ ਦਈਏ ਉਹ ਪੜ੍ਹ ਰਿਹਾ ਸੀ, ਉਹ ਬਣ ਗਿਆ ਪਾਸਟ ਕੰਟੀਨਿਊਸ। ਉਹ ਗਾਣੇ ਗਾ ਰਿਹਾ ਸੀ, ਇਹ ਵੀ ਪਾਸਟ ਕੰਟੀਨਿਊਸ। ਜੇ ਆਪਾਂ ਨਾਲ ਸਮਾਂ ਦੇ ਦਈਏ ਵੀ ਉਹ 3 ਵਜੇ ਤੋਂ ਪੜ੍ਹ ਰਿਹਾ ਸੀ ਜਾਂ ਉਹ 4 ਘੰਟਿਆਂ ਤੋਂ ਪੜ੍ਹ ਰਿਹਾ ਸੀ, ਉਹ ਦੁਪਹਿਰ ਤੋਂ ਗਾਣੇ ਗਾ ਰਿਹਾ ਸੀ, ਉਹ 6 ਵਜੇ ਤੋਂ ਗਾਣੇ ਗਾ ਰਿਹਾ ਸੀ, ਨਾਲ ਜੇ ਆਪਾਂ ਸਮਾਂ ਦੇ ਦਈਏ ਵਾਕ ਉਵੇਂ ਆ, ਫਰਕ ਕੋਈ ਨਹੀਂ ਹੈਗਾ, ਨਾਲ ਆਪਾਂ ਪਲੱਸ ਸਮਾਂ ਕਰਤਾ, ਫਿਰ ਉਹ ਪਰਫੈਕਟ ਕੰਟੀਨਿਊਸ ਬਣ ਜੂ। ਤੇ ਇੱਥੇ ਇਸ ਦੀ ਥਾਂ ਤੇ ਹੈਜ਼ ਬੀਨ ਜਾਂ ਹੈਵ ਬੀਨ, ਤੇ ਜੇ ਵਾਜ਼ ਲੱਗਿਆ ਸੀ ਤਾਂ ਉਹਦੇ ਨਾਲ ਹੈਡ ਬੀਨ ਆ ਜਾਊਗਾ। ਜੇ ਆਪਾਂ ਇੱਥੇ ਕਿਹਾ ਹੁੰਦਾ ਹੀ ਵਾਜ਼ ਪਲੇਇੰਗ ਕ੍ਰਿਕਟ, ਫਿਰ ਉੱਥੇ ਬਣ ਜਾਂਦਾ ਹੀ ਹੈਡ ਬੀਨ ਪਲੇਇੰਗ ਕ੍ਰਿਕਟ ਸਿੰਸ ਮਾਰਨਿੰਗ। ਉਸ ਹਿਸਾਬ ਨਾਲ ਆਪਾਂ ਅੱਗੇ ਸਮਾਂ ਲਾ ਦਿੰਦੇ। ਇਹਨਾਂ ਦੇ ਵਿੱਚ ਇਹੀ ਫਰਕ ਆ, ਇਹ ਯਾਦ ਰੱਖਿਓ। ਹੁਣ ਅੱਗੇ ਆਪਾਂ ਗੱਲ ਕਰ ਲੈਂਦੇ ਆ ਸਿੰਸ ਤੇ ਫॉर ਦੀ। ਇਹ ਵੀ ਕੰਮ ਨਵੇੜ ਹੀ ਲੈਂਦੇ ਆ, ਚਾਹੇ ਇਹ ਤੇ ਆਪਾਂ ਡਿਟੇਲਡ ਵੀਡੀਓ ਬਣਾਈ ਹੋਈ ਆ, ਪਰ ਇੱਥੇ ਵੀ ਕਰ ਲੈਂਦੇ ਆ ਕਿਉਂਕਿ ਆਹ ਕਨਸੈਪਟ ਜਾਂ ਤੁਹਾਨੂੰ ਸਮਝਦੇ ਹੋ, 'ਚ ਨਜ਼ਾਰਾ ਜਿਹਾ ਆਈ ਜਾਂਦਾ ਹੋਊ। ਜੇ ਵਿੱਚ ਆ ਵੀ ਕਰ ਲਿਆ ਤਾਂ ਨਜ਼ਾਰਾ ਹੋਰ ਆ ਜੂ। ਲਓ ਜੀ, ਸਿੰਸ ਤੇ ਫॉर 'ਚ ਫਰਕ ਇਹੀ ਆ। ਸਿੰਸ ਆਪਾਂ ਉਹਦੇ ਨਾਲ ਲਾਉਣਾ ਜਦੋਂ ਸਾਨੂੰ ਸਟਾਰਟਿੰਗ ਪੁਆਇੰਟ ਦਿੱਤਾ ਹੋਵੇ, ਸਟਾਰਟਿੰਗ ਪੁਆਇੰਟ ਜਾਂ ਕਹਿ ਲਓ ਸਟਾਰਟਿੰਗ ਟਾਈਮ, ਵੀ ਜਿਹੜੀ ਕਿਰਿਆ ਹੈਗੀ ਉਹ ਕਦੋਂ ਸ਼ੁਰੂ ਹੋਈ, ਕਦੋਂ ਤੋਂ ਚੱਲੀ ਆ ਉਹ। ਜਦੋਂ ਸਟਾਰਟਿੰਗ ਇੱਕ ਟਾਈਮ ਦੇਤਾ, ਇੱਕ ਪੁਆਇੰਟ ਦੇਤਾ ਵੀ ਇੱਥੋਂ ਚੱਲੀ ਆ, ਉੱਥੇ ਆਪਾਂ ਸਿੰਸ ਲਾਵਾਂਗੇ। ਇਹ ਯਾਦ ਕਰ ਲਓ, ਸਿੰਸ ਤੇ ਐਸ ਤੇ ਐਸ ਤੇ ਸਟਾਰਟਿੰਗ ਪੁਆਇੰਟ, ਐਸ ਫॉर ਸਿੰਸ ਤੇ ਐਸ ਫॉर ਹੀ ਸਟਾਰਟਿੰਗ ਟਾਈਮ, ਸਟਾਰਟਿੰਗ ਪੁਆਇੰਟ ਆਫ ਟਾਈਮ, ਜੋ ਤੁਹਾਨੂੰ ਠੀਕ ਲੱਗਦਾ ਵੀ ਸਟਾਰਟ ਕਦੋਂ ਹੋਇਆ। ਹੁਣ ਦੇਖੋ ਉਹ ਕਹਿੰਦਾ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹੈ, ਵੀ ਉਹਦੀ ਜਿਹੜੀ ਕ੍ਰਿਕਟ ਖੇਡਣ ਵਾਲੀ ਕਿਰਿਆ ਉਹ ਕਦੋਂ ਸ਼ੁਰੂ ਹੋਈ, ਸਵੇਰ ਤੋਂ। ਸਟਾਰਟਿੰਗ ਪੁਆਇੰਟ ਆ ਨਾ, ਵੀ ਸਟਾਰਟਿੰਗ ਪੁਆਇੰਟ ਦਿੱਤਾ ਸਵੇਰ, ਤਾਂ ਉੱਥੇ ਲੱਗ ਗਿਆ ਸਿੰਸ, ਐਸ ਤੋਂ ਸਟਾਰਟ ਐਸ ਤੋਂ ਸਿੰਸ। ਜੇ ਆਪਾਂ ਨੂੰ ਕਿਹਾ ਹੁੰਦਾ ਮੰਡੇ, ਵੀ ਸੋਮਵਾਰ ਤੋਂ, ਆਪਾਂ ਨੂੰ ਸਟਾਰਟਿੰਗ ਪੁਆਇੰਟ ਦਿੱਤਾ ਵੀ ਸੋਮਵਾਰ ਤੋਂ, ਤਾਂ ਆਪਾਂ ਫੇਰ ਲਾਉਂਦੇ ਸਿੰਸ। ਜੇ ਆਪਾਂ ਨੂੰ ਦਿੱਤਾ ਹੁੰਦਾ ਕੋਈ ਮਹੀਨਿਆਂ ਦਾ ਨਾਮ ਦਿੱਤਾ ਹੁੰਦਾ ਹਨਾ, ਜਿਵੇਂ ਮਾਰਚ, ਕੋਈ ਕੰਮ ਇੱਧਰ ਕੋਈ ਵੀ ਹੋ ਰਿਹਾ ਚਾਹੇ, ਫਿਰ ਆਪਾਂ ਇੱਥੇ ਫੇਰ ਲਾਉਂਦੇ ਵੀ ਹਾਂ ਯਾਰ ਮਾਰਚ ਤੋਂ ਸ਼ੁਰੂ ਹੋਇਆ, ਆਪਾਂ ਫੇਰ ਲਾਉਂਦੇ ਸਿੰਸ। ਜੇ ਸਾਨੂੰ ਕੋਈ ਘੜੀ ਦਾ ਸਮਾਂ ਦਿੱਤਾ ਹੁੰਦਾ ਹਨਾ, ਵੀ ਲਾ ਲਓ 8 o'clock 8 ਵਜੇ ਤੋਂ, ਫੇਰ ਵੀ ਆਪਾਂ ਸਿੰਸ ਲਾਉਂਦੇ। ਵੀ ਸਟਾਰਟਿੰਗ ਪੁਆਇੰਟ ਦਿੱਤਾ ਵੀ 8 ਵਜੇ ਤੋਂ ਖੇਡ ਰਿਹਾ ਹੈ, ਮਾਰਚ ਤੋਂ ਇਹ ਕੰਮ ਚੱਲ ਰਿਹਾ ਹੈ, ਇਹ ਕੰਮ ਸੋਮਵਾਰ ਤੋਂ ਚੱਲ ਰਿਹਾ ਹੈ, ਇਹ ਕੰਮ ਸਵੇਰ ਤੋਂ ਚੱਲ ਰਿਹਾ ਹੈ, ਤਾਂ ਆਪਾਂ ਨਾਲ ਸਿੰਸ ਲਾਈ ਜਾਵਾਂਗੇ ਕਿਉਂਕਿ ਸਟਾਰਟਿੰਗ ਪੁਆਇੰਟ ਦਿੱਤਾ। ਤੇ ਜੇ ਸਾਨੂੰ ਡਿਊਰੇਸ਼ਨ ਦਿੱਤੀ ਆ, ਡਿਊਰੇਸ਼ਨ ਸਾਨੂੰ ਸਾਰਿਆਂ ਨੂੰ ਪਤਾ ਕੀ ਹੁੰਦੀ ਆ, ਵੀ ਜਿਹੜਾ ਕੰਮ ਆ ਉਹਨੂੰ ਚੱਲਦੇ ਨੂੰ ਕਿੰਨਾ ਸਮਾਂ ਹੋ ਗਿਆ, ਕਿੰਨਾ ਟਾਈਮ ਹੋ ਗਿਆ। ਦੇਖੋ ਜੇ ਸਾਨੂੰ ਇਹ ਦਿੱਤਾ ਤਾਂ ਸਾਨੂੰ ਇਹ ਤਾਂ ਨਹੀਂ ਦਿੱਤਾ ਵੀ ਕੰਮ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ, ਉਹ ਤਾਂ ਸਾਨੂੰ ਕੈਲਕੂਲੇਟ ਕਰਨਾ ਪਊਗਾ ਨਾ, ਚੈੱਕ ਕਰਨਾ ਪਊ ਵੀ ਜੇ ਦਸੰਬਰ ਤੋਂ ਚੱਲਿਆ ਸੀ, ਹਾਂ ਹੁਣ ਜਨਵਰੀ ਆਈ ਹੈ, 1 ਮਹੀਨਾ ਹੋ ਗਿਆ। ਵੀ ਜੇ ਸੋਮਵਾਰ ਤੋਂ ਚੱਲਿਆ ਸੀ ਤਾਂ ਅੱਜ ਬੁੱਧਵਾਰ ਵੀਰਵਾਰ ਹੋ ਗਿਆ, 3-4 ਦਿਨ ਹੋ ਗਏ। ਅਸੀਂ ਆਪ ਕੈਲਕੂਲੇਟ ਕਰਦੇ ਹਾਂ। ਪਰ ਜੇ ਸਾਨੂੰ ਸਿੱਧੀ ਡਿਊਰੇਸ਼ਨ ਦੇਤੀ, ਸਟਾਰਟਿੰਗ ਪੁਆਇੰਟ ਨਹੀਂ ਦਿੱਤਾ, ਡਿਊਰੇਸ਼ਨ ਦੇਤੀ, ਉੱਥੇ ਆਪਾਂ ਲਾਵਾਂਗੇ ਫॉर। ਜਿਵੇਂ ਫॉर 2 hours, ਵੀ ਕੰਮ ਚੱਲਦੇ ਨੂੰ 2 ਘੰਟੇ ਹੋ ਗਏ, ਜਾਂ ਫॉर 3 days, ਜਾਂ ਫॉर 2 months,
2 ਮਹੀਨਿਆਂ ਤੋਂ, ਜਾਂ ਆਪਾਂ ਕਹਿ ਦਈਏ ਫॉर 4 ਈਅਰਸ। ਦੇਖੋ 2 ਘੰਟੇ 3 ਦਿਨਾਂ ਤੋਂ, 2 ਮਹੀਨਿਆਂ ਤੋਂ, 4 ਸਾਲਾਂ ਤੋਂ, ਜਦੋਂ ਸਾਨੂੰ ਸਮਾਂ ਦੇ ਦੇਣ ਵੀ ਇਹ ਕਿਰਿਆ ਚੱਲਦੀ ਨੂੰ ਇੰਨਾ ਸਮਾਂ ਹੋ ਗਿਆ, ਉੱਥੇ ਆਪਾਂ ਫॉर ਲਾਉਣਾ ਹੁੰਦਾ ਤੇ ਸਿੰਸ ਸਾਨੂੰ ਪਤਾ ਸਟਾਰਟਿੰਗ ਪੁਆਇੰਟ ਤੋਂ ਲਾਉਣਾ ਹੁੰਦਾ। ਹੁਣ ਦੇਖੋ ਇਹਨਾਂ ਦੋਨਾਂ 'ਚ ਕੀ ਫਰਕ ਪੈ ਗਿਆ, ਦੇਸੀ ਜਾਂ ਫੰਡਾਈ ਆ। ਸਿੰਸ ਅਸੀਂ ਦੱਸਿਆ ਸਟਾਰਟਿੰਗ ਪੁਆਇੰਟ, ਮੰਨ ਲਓ ਵੀ ਆਹ ਪੁਆਇੰਟ ਤੋਂ ਕ੍ਰਿਕਟ ਖੇਡਣਾ ਸ਼ੁਰੂ ਹੋਇਆ, ਇੱਥੋਂ ਹਜੇ ਉਹ ਕ੍ਰਿਕਟ ਖੇਡੀ ਜਾਂਦਾ ਹਨਾ, ਚੱਲੀ ਜਾਂਦਾ। ਜਿਹੜਾ ਫॉर ਆ, ਫॉर ਸਾਨੂੰ ਕੀ ਦੱਸਦਾ ਵੀ ਆਹ ਪੁਆਇੰਟ ਤੋਂ ਲੈ ਕੇ ਆਹ ਪੁਆਇੰਟ ਤੱਕ ਕਿੰਨਾ ਟਾਈਮ ਹੋ ਗਿਆ। ਠੀਕ ਆ, ਹੁਣ ਮੰਨ ਲਓ ਇੱਥੇ 8 ਵਜੇ ਸੀ, ਹੁਣ 11 ਵੱਜ ਗਏ। ਜੇ ਅਸੀਂ ਕਹਿਣਾ ਵੀ 8 ਵਜੇ ਤੋਂ ਕ੍ਰਿਕਟ ਖੇਡਣ ਲੱਗਿਆ, ਫਿਰ ਆਪਾਂ ਕਹਾਂਗੇ ਸਿੰਸ 8 o'clock। 3 ਘੰਟੇ ਹੋ ਗਏ ਨਾ ਸਾਨੂੰ ਖੇਡਦਿਆਂ ਨੂੰ। ਜੇ ਆਪਾਂ ਕਹਿਣਾ ਵੀ 3 ਘੰਟੇ ਹੋ ਗਏ ਖੇਡਦਿਆਂ ਨੂੰ, ਫਿਰ ਆਪਾਂ ਲਾਵਾਂਗੇ ਫॉर 3 hours। ਇੰਨਾ ਹੀ ਫਰਕ ਆ। ਸਟਾਰਟਿੰਗ ਪੁਆਇੰਟ ਜਿੱਥੋਂ ਕਿਰਿਆ ਸ਼ੁਰੂ ਹੋਈ ਸੀ, ਜੇ ਆਪਾਂ ਉਹਦੀ ਗੱਲ ਕਰਾਂਗੇ, ਚਾਹੇ ਉਹ ਦਿਨ ਹੈ, ਚਾਹੇ ਉਹ ਕੋਈ ਸਮਾਂ ਹੈ, ਚਾਹੇ ਉਹ ਕੋਈ ਮਹੀਨਾ, ਚਾਹੇ ਉਹ ਕੋਈ ਸਾਲ ਆ, ਹੈ ਨਾ। ਸਟਾਰਟਿੰਗ ਪੁਆਇੰਟ ਆ, ਚਾਹੇ ਜਿਵੇਂ ਮਾਰਨਿੰਗ ਵੀ ਹੋ ਸਕਦਾ, ਹੈ ਨਾ, ਆਫਟਰਨੂਨ ਹੋ ਸਕਦਾ, ਈਵਨਿੰਗ ਹੋ ਸਕਦਾ। ਜੇ ਆਪਾਂ ਇਹਨਾਂ 'ਚੋਂ ਕੋਈ ਗੱਲ ਕਰਦੇ ਹਾਂ ਤਾਂ ਸਟਾਰਟਿੰਗ ਪੁਆਇੰਟ ਦਿੱਤਾ ਵੀ ਇੱਥੋਂ ਸ਼ੁਰੂ ਹੋਈ ਕਿਰਿਆ, ਆਪਾਂ ਪੁਆਇੰਟ ਬਣਾਤਾ, ਫਿਰ ਆਊਗਾ ਸਿੰਸ। ਤੇ ਜੇ ਆਪਾਂ ਡਿਊਰੇਸ਼ਨ ਦੱਸ ਰਹੇ ਹਾਂ ਵੀ ਕਿੰਨਾ ਸਮਾਂ ਚੱਲੀ, ਦੇਖੋ ਹੁਣ 12 ਵੱਜ ਗਏ, 4 ਘੰਟੇ ਚੱਲੀ ਤਾਂ 4 hours। ਜੇ ਮੰਨ ਲਓ 7 ਤਰੀਕ ਤੋਂ ਸ਼ੁਰੂ ਹੋਈ ਸੀਗੀ, ਅੱਜ 11 ਤਰੀਕ ਹੋ ਗਈ, 4 ਦਿਨ ਹੋ ਗਏ, ਤਾਂ ਹੋ ਜੂ 4 days। ਜੇ ਆਪਾਂ ਸਿੱਧੀ ਤਰੀਕ ਕਹਿਣੀ ਹੋਈ ਵੀ ਸਿੰਸ 7 ਜਨਵਰੀ, ਤਾਂ ਆਪਾਂ ਕਹਾਂਗੇ ਸਿੰਸ। ਜੇ ਆਪਾਂ ਸਿੱਧੀ 7 ਜਨਵਰੀ ਦੀ ਗੱਲ ਕਰਨੀ ਹੈ, ਜੇ ਆਪਾਂ ਇੰਨੀ ਗੱਲ ਕਰਾਂਗੇ ਵੀ ਕਿੰਨਾ ਸਮਾਂ ਹੋ ਗਿਆ, ਫਿਰ ਫॉर ਲੱਗੂਗਾ। ਇਹੀ ਇਹਨਾਂ 'ਚ ਫਰਕ ਆ। ਅਸੀਂ ਬੜਾ ਉਲਝਦੇ ਰਹਿਣੇ, ਅੱਜ ਤੋਂ ਬਾਅਦ ਇਹਦੇ 'ਚ ਉਲਝਣਾ ਨਹੀਂ। ਹੈਜ਼ ਬੀਨ, ਹੈਵ ਬੀਨ, ਹੈਡ ਬੀਨ ਆ ਟੌਪਿਕ ਪੂਰੀ ਉਮੀਦ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਫਿਰ ਵੀ ਜੇ ਤੁਹਾਡੇ ਮਨ 'ਚ ਕੋਈ ਵੀ ਡਾਊਟ, ਸਵਾਲ, ਕਨਫਿਊਜ਼ਨ, ਉਹ ਵੀ ਕਮੈਂਟ ਕਰਕੇ ਪੁੱਛ ਲਿਓ। ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।